मैं गरीब मैं मस्कीन, तेरा नाम है आधारा। करीमा रहीमा अल्लाह तो गनी, हाजरा हजूर दर पेश तो मनी। दे ले एक तो दिगर को नहीं, नामे चे स्वामी बख्शंद तू हरि। बहु गुण मेरे साहिब भाई, हूँ तिस कै बल जा। ओहो निर्गुण यारे पालदा भाई, दे निथावे था। कृपा करो दीन के दाते, मेरा गुण अवगुण ना विचारो कोई। माटी का क्या तो पै स्वामी, मानस की गत एही। माटी का क्या तो पै स्वामी, मानस की गत एही। सतनाम श्री वाहिगुरु साहिब जी। राग गौड़ी पूर्वी महला चौथा। काम क्रोध नगर बहु परिया, मिल साधु खंडल खंडाही। पूरब लिखत लिखे गुर पाया, मन हर लिव मंडल मंडाही। काम क्रोध नगर बहु परिया, मिल साधु खंडल खंडाही। पूरब लिखत लिखे गुर पाया, मन हर लिव मंडल मंडाही। परम सन्मान सत्कार जोग चवर छतर तख्त दे मालक सतगुरु
ਸਰਬ ਸੁਖ ਦਾਤੇ ਗਿਆਨ ਦੇ ਮੁਜੱਸਮੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਜੋ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਹਨ, ਤਿੰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰਮਤ ਸਦਕਾ ਸਾਨੂੰ ਸਾਰਿਆਂ ਨੂੰ ਗੁਰੂ ਕੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਇਸ ਪਾਵਨ ਅਸਥਾਨ ਦੇ ਉੱਪਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਰ ਰੋਜ਼ ਆਪਾਂ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ। ਅੱਜ ਵੀ ਸਤਿਗੁਰੂ ਸਾਹਿਬ ਜੀ ਨੇ ਇਹ ਸੁਭਾਗਾ ਸਮਾਂ ਸਾਡੀ ਝੋਲੀ ਪਾਇਆ ਹੈ। ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਨੂੰ ਸਰਵਣ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਬੜੀ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਓ। ਪਿਆਰ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਲੜੀ ਦੇ ਤਹਿਤ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰਦੇ ਹਾਂ, ਉੱਥੇ ਗੁਰਸਿੱਖੋ ਜਿਹੜਾ ਜੂਨ ਦਾ ਮਹੀਨਾ ਹੈ, ਇਹ ਸਾਰਾ ਮਹੀਨਾ ਜਾਂ ਜੂਨ ਦਾ ਜੋ ਪਹਿਲਾ ਹਫਤਾ ਹੈ, ਇਸ ਨੂੰ ਸ਼ਹੀਦੀ ਹਫਤੇ ਵਜੋਂ ਗੁਰੂ ਕੇ ਸਿੱਖ ਮਨਾਉਂਦੇ ਹਨ। ਜੂਨ 1984 ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੇਤ ਹੋਰ ਜਿਹੜੇ 37 ਗੁਰਧਾਮ ਸਨ, ਉਹਨਾਂ ਦੇ ਉੱਪਰ ਅਟੈਕ ਕਰਨ ਦੀ ਜਿਹੜੀ ਉਹਨਾਂ ਨੇ ਯੋਜਨਾ ਬਣਾਈ ਸੀ। ਬੇਸ਼ੱਕ ਜਿਸ ਦਿਨ ਤੋਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਿੱਲੀ ਦੇ ਵਿੱਚ ਜਿਸ ਟਾਈਮ ਇੰਦਰਾ ਗਾਂਧੀ ਆਈ, ਉਸ ਟਾਈਮ ਜਿਹੜੇ ਉਸ ਦੇ ਟੁਕੜ ਬੋਚ ਲੋਕ ਸਨ, ਉਸ ਦੇ ਖੁਸ਼ਾਮਦੀਦ ਲੋਕ ਸਨ, ਕਿਸੇ ਨੇ ਮਾਈਕ ਦੇ ਦੁਆਰਾ ਉਸ ਦੀ ਖੁਸ਼ਾਮਦ ਕੀਤੀ
ਕਿਸੇ ਨੇ ਸੰਗਤ ਦੇ ਵਿੱਚੋਂ ਉੱਠ ਕੇ ਉਸ ਦੀ ਖੁਸ਼ਾਮਦ ਕੀਤੀ, ਪਰ ਸੰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਤਿਕਾਰ ਨੂੰ ਮੁੱਖ ਰੱਖਦਿਆਂ ਇਹ ਬਚਨ ਕਹੇ ਕਿ ਚਾਹੇ ਸੰਸਾਰ ਭਰ ਦੇ ਵਿੱਚੋਂ ਕੋਈ ਜਿੰਨੀ ਮਰਜ਼ੀ ਪਾਵਰ ਰੱਖਣ ਵਾਲਾ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਵੇ, ਸਿੱਖ ਦਾ ਫਰਜ਼ ਨਹੀਂ ਕਿ ਉਸ ਦਾ ਉੱਠ ਕੇ ਸਤਿਕਾਰ ਕਰੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੈ। ਨਾਲ ਹੀ ਜਿਹੜੇ ਖੁਸ਼ਾਮਦੀਦ ਲੋਕਾਂ ਨੇ ਇਹ ਬੋਲ ਕਹੇ ਸਨ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਰਿਵਾਰ ਕਰਜ਼ਾ ਚੁਕਾਉਣ ਦੇ ਵਾਸਤੇ ਆਇਆ ਹੈ, ਤਾਂ ਮਹਾਂਪੁਰਖਾਂ ਨੇ ਮੋੜਵਾਂ ਜਵਾਬ ਦਿੰਦਿਆਂ ਹੋਇਆਂ ਇਹ ਬਚਨ ਕਹੇ ਸਨ ਕਿ ਇੱਕ ਇੰਦਰਾ ਤੇ ਕੀ, ਚਾਹੇ ਲੱਖਾਂ ਜਨਮ ਧਾਰਨ ਕਰਕੇ ਕੱਲਾ ਸਿਰ ਝੁਕਾ ਕੇ ਨਹੀਂ, ਸਿਰ ਕੱਟ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਇਹ ਰੱਖ ਦੇਣ, ਤਾਂ ਵੀ ਇਹ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਕਰਜ਼ਾ ਹੈ ਉਸ ਨੂੰ ਇਹ ਅਦਾ ਨਹੀਂ ਕਰ ਸਕਦੇ। ਤੀਸਰਾ ਜੋ ਬਚਨ ਕਿਹਾ ਸੀ, ਜਿਹੜੇ ਖੁਸ਼ਾਮਦੀਦ ਲੋਕ ਸਨ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਪੁੱਤਰ ਤਾਂ ਇਸ ਨੇ ਆਪਣਾ ਪੰਜਾਬੀਆਂ ਦੇ ਘਰੇ ਵਿਆਹਿਆ ਹੀ ਹੈ, ਅਸੀਂ ਚਾਹੁੰਦੇ ਹਾਂ ਇਹ ਦੂਸਰਾ ਪੁੱਤਰ ਵੀ ਆਪਣਾ ਪੰਜਾਬੀਆਂ ਦੇ ਘਰੇ ਵਿਆਹੇ। ਤਾਂ ਸੰਤਾਂ ਨੇ ਬਚਨ ਕਰਦਿਆਂ ਹੋਇਆਂ ਮੁਬਾਰਕ ਰਸਨਾ ਤੋਂ ਇਹ ਬੋਲ ਕਹੇ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਹਿੰਦੂ ਲੋਕ ਸਨ ਉਹ ਮੁਸਲਮਾਨਾਂ ਨੂੰ ਆਪਣੀਆਂ ਧੀਆਂ ਧਿਆਣੀਆਂ ਦੇ ਕੇ, ਆਪਣੇ ਕੋਲੋਂ ਧਨ ਦੌਲਤ ਦੇ ਕੇ ਆਪਣੇ ਜਾਨ ਮਾਲ ਦੀ ਰਾਖੀ ਕਰਿਆ ਕਰਦੇ ਸਨ। ਇਹ ਸਿੱਖਾਂ ਨੂੰ ਸੋਚ ਅਪਣਾਉਣੀ ਇੱਕ ਨਾਕਾਰਮਤ ਸੋਚ ਹੈ। ਉਸ ਦਿਨ ਤੋਂ ਸੰਤਾਂ ਦੇ ਨਾਲ ਦਿੱਲੀ ਦਰਬਾਰ ਦੇ ਜਿਤਨੇ ਵੀ ਕਰਿੰਦੇ ਸਨ ਉਹਨਾਂ ਨੇ ਪਰ ਉਸ ਤੋਂ ਬਾਅਦ ਮਹਾਂਪੁਰਖਾਂ ਦੀ ਬੰਦਗੀ ਦੇ ਆਸਰੇ, ਨਾਮ ਬਾਣੀ ਸਿਮਰਨ ਦੇ ਆਸ ਦੇ ਜਦੋਂ ਸਾਰੇ ਸੰਸਾਰ ਦੇ ਵਿੱਚ ਸ਼ੋਭਾ ਹੋਣ ਲੱਗੀ ਤਾਂ ਮਾੜੇ ਦਿਲ ਵਾਲੇ ਜਿਹੜੇ ਲੀਡਰ ਲੋਕ ਸਨ ਉਹਨਾਂ ਦੇ ਮਨਾਂ ਦੇ ਵਿੱਚ ਇਹ ਖੌਫ ਬੈਠ ਗਿਆ ਕਿ ਸ਼ਾਇਦ
ਜਿਹੜੇ ਕੰਮ ਨੂੰ ਅਸੀਂ ਇਹ ਮੋਰਚੇ ਲਾਏ ਸਨ ਉਹ ਤਾਂ ਸਾਰੇ ਹੀ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਆਪਣਾ ਆਗੂ ਮੰਨਣ ਲੱਗ ਪਏ ਹਨ। ਫਿਰ ਇੱਥੋਂ ਤੱਕ ਵੀ ਇਹਨਾਂ ਨੇ ਗਦਾਰੀਆਂ ਕੀਤੀਆਂ। ਮਹਾਂਪੁਰਖਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਜੀ ਸੋਢੀ, ਉਹਨਾਂ ਨੂੰ ਸ਼ਹੀਦ ਕਰਵਾਇਆ। ਹੋਰ ਅਨੇਕਾਂ ਸਿੰਘ ਪਹਿਲੋਂ ਸ਼ਹੀਦ ਕਰਾਏ। ਆਖਰਕਾਰ ਜਦੋਂ ਇਹਨਾਂ ਦੇ ਕੋਲੋਂ ਗੱਲਾਂ ਨਾ ਰੁਕ ਆਈਆਂ ਤਾਂ ਉਸ ਵੇਲੇ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖੀਆਂ, ਜਿਨ੍ਹਾਂ ਚਿੱਠੀਆਂ ਦੇ ਉੱਪਰ ਬਾਦਲ, ਟੌੜਾ, ਲੌਂਗੋਵਾਲ ਇਹਨਾਂ ਸਾਰਿਆਂ ਦੇ ਸਾਈਨ ਮਿਲਦੇ ਹਨ, ਜੋ ਅੱਜ ਸਾਰੇ ਜਨਤਕ ਤੌਰ ਤੇ ਨਸ਼ਰ ਹੋ ਗਈਆਂ ਹਨ। ਪਲਾਨ ਦੇ ਤਹਿਤ ਕਿ ਕਿਵੇਂ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਫੜਨਾ ਹੈ। ਇਹਨਾਂ ਤੇ ਜੋ ਕੁਛ ਆਪਣੇ ਵੱਲੋਂ ਲਿਖਿਆ ਵੀ ਕੁਛ ਬੰਦੇ ਹੀ ਹਨ ਉਹਨਾਂ ਦੇ ਨਾਲ, ਕੁਛ ਸਿੰਘ ਹੀ ਹਨ, ਬਹੁਤਾ ਲੰਬਾ ਸਮਾਂ ਨਹੀਂ ਲੱਗੇਗਾ। ਜਨਰਲ ਬਰਾੜ ਇਹ ਗੱਲ ਕਹਿੰਦਾ ਹੈ ਕਿ ਮਿਲੀ ਹੋਈ ਜਾਣਕਾਰੀ ਦੇ ਮੁਤਾਬਕ ਮੈਂ ਇਹ ਗੱਲ ਕਹਿੰਦਾ ਸੀ ਕਿ 3 ਤੋਂ 6 ਘੰਟੇ ਦਾ ਵਕਤ ਲੱਗੇਗਾ ਸਮੇਤ ਸੰਤਾਂ ਦੇ ਸਿੰਘਾਂ ਨੂੰ ਫੜਨ ਦੇ ਵਾਸਤੇ। ਸਾਰਾ ਪਹਿਲੋਂ ਨਕਸ਼ਾ ਚਿੱਤਰ ਕੇ ਟ੍ਰੇਨਿੰਗ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ, ਕਿਸ ਢੰਗ ਦੇ ਨਾਲ ਜੋ ਹਮਲਾ ਕਰਨਾ ਹੈ। 1 ਜੂਨ ਵਾਲੇ ਦਿਨ ਸਾਰਿਆਂ ਦੇ ਨਾਲੋਂ ਪਹਿਲੋਂ CRP ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਿਹੜੀ ਗੋਲੀਆਂ ਦੀ ਬੁਛਾੜ ਕੀਤੀ, ਜਿਸ ਦੇ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘ ਭਾਈ ਰਾਮ ਸਿੰਘ ਜੀ ਜੋ ਯੂਪੀ ਵਾਲੇ ਕਰਕੇ ਜਥੇ ਵਿੱਚ ਵੱਜਦੇ ਸਨ, ਉਹ ਚੜ੍ਹਾਈ ਕਰ ਗਏ। ਇਵੇਂ ਬੱਬਰਾਂ ਦੇ ਵਿੱਚੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਸ਼ਹੀਦ ਹੋ ਗਏ। ਕਾਰ ਸੇਵਾ ਹਜੂਰ ਸਾਹਿਬ ਤੋਂ ਇੱਕ ਜਥਾ ਆਇਆ ਸੀ ਮਹਾਂਪੁਰਖਾਂ ਦੇ ਪਾਸ, 2 ਸਿੰਘ ਉਹ ਕਾਰ ਸੇਵਾ ਦੇ ਸ਼ਹੀਦ ਹੋ ਗਏ ਔਰ 7 ਸਿੰਘ ਹੋਰ ਸ਼ਹੀਦ ਹੋਏ। 1 ਜੂਨ ਨੂੰ ਕੁੱਲ ਜਿਹੜੇ ਸਿੰਘ ਸਨ ਉਹ 11 ਸ਼ਹੀਦ ਹੋਏ। 7 ਸੰਗਤ ਦੇ ਵਿੱਚੋਂ ਸਨ ਤੇ 1 ਅਖੰਡ ਕੀਰਤਨੀ ਜਥੇ ਦੇ ਸਿੰਘ, 1 ਆਪਣੇ ਟਕਸਾਲ ਦੇ ਸਿੰਘ ਤੇ 2 ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਿੰਘ। ਇਵੇਂ 2 ਜੂਨ ਨੂੰ ਇਹ ਜਿਹੜੀ ਫਾਇਰਿੰਗ ਸੀ ਬੰਦ ਰਹੀ। 3 ਜੂਨ ਨੂੰ ਸਵੇਰ ਦਾ ਸਮਾਂ ਸੀ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ, ਉਹਨਾਂ ਦੇ ਮਾਤਾ ਜੀ ਵੀ ਅੰਦਰ ਸਨ, ਉਹਨਾਂ ਦੇ ਧਰਮ ਸੁਪਤਨੀ ਵੀ ਅੰਦਰ ਸਨ, ਬੀਬੀ ਹਰਮੀਤ ਕੌਰ ਜੀ, ਉਹਨਾਂ ਨੇ ਆਪਣੇ ਪਰਿਵਾਰ ਨੂੰ ਇਹ ਗੱਲ ਸੱਦ ਕੇ ਕਹੀ ਕਿ ਤੁਸੀਂ ਇਹਨਾਂ ਬੇਟੀਆਂ ਨੂੰ ਲੈ ਕਰਕੇ ਬਾਹਰ ਚਲੇ ਜਾਓ। ਇੱਥੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਜਦੋਂ ਵੀ ਕਰਫਿਊ ਦੇ ਵਿੱਚ ਢਿੱਲ ਮਿਲੇ ਉਸੇ ਵੇਲੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਬਾਬਾ ਠਾਕੁਰ ਸਿੰਘ ਜੀ ਪਾਸ ਚਲੇ ਜਾਇਓ ਮਹਿਤੇ। ਉਹਨਾਂ ਦੇ ਮਾਤਾ ਜੀ ਨੇ ਤੇ ਗੱਲ ਮੰਨ ਲਈ, ਪਰ ਉਹਨਾਂ ਦੇ ਜਿਹੜੇ ਧਰਮ ਸੁਪਤਨੀ ਸਨ ਉਹਨਾਂ ਨੇ ਇਹ ਬਚਨ ਸੁਣਾਏ ਕਿ ਅਸੀਂ ਜਿੱਦ ਕਰਨ ਲੱਗੇ, ਪਰ ਉਹਨਾਂ ਨੇ ਅਖੀਰਕਾਰ ਨੂੰ ਇਹ ਬਚਨ ਕਿਹਾ ਕਿ ਜਿਹੜੇ ਕਰਮ ਨੂੰ ਅਸੀਂ ਲੋਚਦੇ ਸਾਂ ਉਹ ਸਮਾਂ ਆ ਗਿਆ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧਰਮ ਦਾ ਯੁੱਧ ਕਰਦਿਆਂ ਹੋਇਆਂ, ਕਿਉਂਕਿ ਸਰਕਾਰ ਦੀ ਨੀਤੀ ਖਿਲਾਫ ਹੈ, ਅਸੀਂ ਰਣ ਤੱਤੇ ਦੇ ਵਿੱਚ ਸ਼ਹੀਦੀ ਪਾਉਣੀ ਹੈ। ਹੋਇਆ ਨਾ ਤੁਹਾਨੂੰ ਸਰਕਾਰ ਨੇ ਫੜ ਲਿਆ, ਸਾਡੀ ਪਤਨੀ ਜਾਣ ਕਰਕੇ ਤੇ ਉਹ ਤਸੀਹੇ ਦੇਣਗੇ, ਇਸ ਤੋਂ ਬਿਹਤਰ ਹੈ ਕਿ ਤੁਸੀਂ ਮਹਿਤੇ ਚਲੇ ਜਾਓ ਬਾਬਾ ਠਾਕੁਰ ਸਿੰਘ ਜੀ ਦੇ ਪਾਸ। ਇਵੇਂ ਬਚਨ ਕਹਿ ਕਰਕੇ ਉਸ ਜਿਤਨੇ ਵੀ ਪਰਿਵਾਰ ਹੋਰ ਸਨ ਉਹਨਾਂ ਦੇ ਜਿਹੜੇ ਪਰਿਵਾਰ ਬਾਕੀਆਂ ਨੂੰ ਘਲਾਤਾ।
ਮੁੜ ਅੱਜ ਵਾਲੇ ਦਿਨ ਤੋਂ ਇਹ ਜਿਹੜੀ ਫਾਇਰਿੰਗ ਸੀ ਇਹ ਫਿਰ ਸ਼ੁਰੂ ਹੋ ਗਈ। ਗੁਰੂ ਕੇ ਭੁੱਖੇ ਤਿਹਾਏ ਸਿੰਘ ਅੱਜ ਦਾ ਦਿਨ ਬੜੇ ਸੂਰਮਤਾਈ ਦੇ ਨਾਲ ਲੜੇ ਔਰ ਪਹਿਲੇ ਦਿਨ ਜਿਹੜਾ ਹਮਲਾ ਕੀਤਾ, ਜਨਰਲ ਕੁਲਦੀਪ ਬਰਾੜ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਲਿਖਦਾ ਹੈ ਕਿ ਸਾਡੇ ਦੰਦ ਖੱਟੇ ਹੋ ਗਏ, ਇੰਨੀ ਸੂਰਮਤਾਈ ਦੇ ਨਾਲ ਲੜੇ। ਅਸੀਂ ਸੋਚਦੇ ਸਾਂ ਕਿ ਬਹੁਤਾ ਲੰਬਾ ਸਮਾਂ ਨਹੀਂ ਲੱਗੇਗਾ, 3 ਤੋਂ 6 ਘੰਟਿਆਂ ਦੇ ਵਿੱਚ 3-4 ਘੰਟੇ ਦਾ ਵਿੱਚ ਹੀ ਅਸੀਂ ਸਾਰੇ ਸਿੰਘਾਂ ਨੂੰ ਸਮੇਤ ਮਹਾਂਪੁਰਖਾਂ ਦੇ ਫੜ ਕੇ ਦਿੱਲੀ ਦਰਬਾਰ ਦੇ ਅੱਗੇ ਪੇਸ਼ ਕਰ ਦਵਾਂਗੇ। ਪਰ ਇੰਨੀ ਸੂਰਮਤਾਈ ਦੇ ਨਾਲ ਲੜੇ ਜਨਰਲ ਸ਼ੁਬੇਗ ਸਿੰਘ ਦੀ ਮੋਰਚਾਬੰਦੀ ਦੇ ਦਰਮਿਆਨ ਕਿ ਸਾਡੇ ਕੋਲੋਂ ਆਪਣੇ ਹੀ ਜਿਹੜੇ ਸਿਪਾਹੀ ਸਨ ਉਹਨਾਂ ਦੀਆਂ ਲੋਥਾਂ ਲੈਣ ਦੇ ਵਾਸਤੇ ਮਹਾਂਪੁਰਖਾਂ ਨੂੰ ਬੇਨਤੀ ਕਰਨੀ ਪਈ ਤੇ ਇਹ ਕਿਹਾ ਕਿ ਲੋਥਾਂ ਤਾਂ ਚੁੱਕ ਲੈਣ ਦਿਓ, ਕਿਉਂਕਿ ਜੇ ਅੰਦਰ ਪਈਆਂ ਰਹੀਆਂ ਤੇ ਉਹ ਸਾਰੀਆਂ ਲੋਥਾਂ ਮੁਸ਼ਕ ਜਾਣਗੀਆਂ। ਐਵੇਂ ਗੁਰੂ ਕੇ ਸਿੰਘਾਂ ਨੇ ਸੂਰਮਤਾਈ ਦੇ ਨਾਲ, ਬੜੀ ਦਲੇਰੀ ਦੇ ਨਾਲ ਦਿੱਲੀ ਦਰਬਾਰ ਤੋਂ ਜੋ ਚੜੀ ਹੋਈ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਸੀ ਉਹਨਾਂ ਦੇ ਦੰਦ ਖੱਟੇ ਕੀਤੇ ਔਰ ਕਈ ਸਿੰਘ ਰਨ ਤੱਤੇ ਦੇ ਵਿੱਚ ਵੈਰੀ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਅੱਜ ਦੇ ਦਿਨ ਵੀ ਸ਼ਹੀਦ ਹੋਏ। ਐਸੇ ਮਹਾਨ ਸੂਰਬੀਰ ਯੋਧਿਆਂ ਦੀ ਕੁਰਬਾਨੀ ਨੂੰ ਨਮਸਕਾਰ ਕਰਨ ਦੇ ਵਾਸਤੇ ਸਾਰਾ ਸਿੱਖ ਜਗਤ ਇਹ ਜਿਹੜਾ ਸ਼ਹੀਦੀ ਹਫ਼ਤਾ ਮਨਾ ਰਿਹਾ ਹੈ। ਸੋ ਜਿਤਨੇ ਵੀ ਜੂਨ 1984 ਦੇ ਸ਼ਹੀਦ ਸਿੰਘ ਸਿੰਘਣੀਆਂ ਸਾਰਿਆਂ ਦੀ ਸ਼ਹੀਦੀ ਨੂੰ ਨਮਸਕਾਰ। ਆਓ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਣ ਆਪਾਂ ਲੜੀਵਾਰ ਕਥਾ ਵਿਚਾਰ ਸੁਣ ਰਹੇ ਹਾਂ, ਜਿਸ ਦੇ ਵਿੱਚ ਪਾਵਨ ਸੋਹਿਲਾ ਬਾਣੀ ਦੇ ਜੋ 3 ਸ਼ਬਦ ਹਨ ਉਹਨਾਂ ਦੀ ਵਿਚਾਰ ਆਪਾਂ ਨੇ ਸੁਣੀ ਹੈ। ਚੌਥਾ ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ ਵੱਡੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਦੇ ਹਿੱਤ ਜਾ ਰਹੇ ਸਨ। ਰਾਹਗੀਰ ਇੱਕ ਕਿਰਸਾਨ ਮਿਲਿਆ। ਉਸਨੇ ਕਿਹਾ, ਭਾਈ ਫਲਾਨਾ ਸਾਡਾ ਖੇਤ ਹੈ, ਉਸ ਖੇਤ ਦੇ ਵਿੱਚ ਜਿਤਨੇ ਵੀ ਪੰਛੀ, ਕਾਵਾਂ, ਚਿੜੀਆਂ ਆਦਿਕ ਹਨ ਉਹ ਬੀਜਿਆ ਹੋਇਆ ਬੀਜ ਉਸ ਨੂੰ ਚੁਣੀ ਜਾ ਰਹੇ ਹਨ, ਫਸਲ ਖਰਾਬ ਕਰਦੇ ਹਨ, ਉਹਨਾਂ ਨੂੰ ਤੁਸੀਂ ਉਡਾਉਂਦੇ ਚੱਲਿਓ। ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਉਸ ਦਾ ਭਲਾ ਕਰਨ ਦੇ ਵਾਸਤੇ ਬਚਨ ਕਹਿਣ ਲੱਗੇ, ਭਾਈ ਇਹ ਸਰੀਰ ਵੀ ਖੇਤ ਦੀ ਨਿਆਈ ਹੈ, ਇਸ ਦੇ ਵਿੱਚ ਵੀ ਜਿਹੜੇ ਪੰਛੀ ਹਨ ਉਹ ਸ਼ੁਭ ਗੁਣਾਂ ਦਾ ਚੋਗਾ ਚੁੱਕ ਕੇ ਉੱਡੀ ਜਾ ਰਹੇ ਹਨ, ਕਦੀ ਪਤਾ ਲੱਗਾ ਹੈ, ਇਸ ਗੱਲ ਦਾ ਗਿਆਨ ਹੋਇਆ ਹੈ? ਜਿਹੜਾ ਕਿਰਸਾਨ ਸੀ, ਰਾਹਗੀਰ ਸੀ, ਉਸ ਦੇ ਭਾਗ ਚੰਗੇ। ਕਹਿਣ ਲੱਗਾ, ਨਹੀਂ ਮਹਾਰਾਜ, ਇਹਨਾਂ ਨੂੰ ਪਤਾ ਹੈ ਕਿ ਜ਼ਮੀਨ ਦੇ ਵਿੱਚ ਬੀਜ ਬੀਜੀਦਾ ਹੈ, ਉਸ ਦੀ ਰਖਵਾਲੀ ਕਰੀਦੀ ਹੈ, ਕਿਉਂਕਿ ਉਸ ਦੇ ਕੋਲੋਂ ਫਸਲ ਪ੍ਰਾਪਤ ਕਰਨੀ ਹੁੰਦੀ ਹੈ। ਫਸਲ ਪੱਕਣ ਤੇ ਆ ਜਾਵੇ ਉਸ ਵੇਲੇ ਉਸ ਦੀ ਰਖਵਾਲੀ ਕਰੀਦੀ ਹੈ। ਇਹਨਾਂ ਗੱਲਾਂ ਦਾ ਗਿਆਨ ਤਾਂ ਹੈ, ਪਰ ਜਿਹੜੀ ਬੁਝਾਰਤ ਤੁਸੀਂ ਪਾਈ ਹੈ ਇਸ ਦਾ ਰਤਾ ਭਰ ਵੀ ਜੀਵਨ ਦੇ ਵਿੱਚ ਗਿਆਨ ਨਹੀਂ। ਕਿਰਪਾ ਕਰਕੇ ਇਸ ਦਾ ਵੀ ਉਪਦੇਸ਼ ਬਖਸ਼ੋ, ਜਿਸ ਦੇ ਨਾਲ ਜੀਵਨ ਨੂੰ ਗਿਆਨ ਹੋ ਜਾਵੇ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਜੋ ਇਹ ਸ਼ਬਦ ਉਚਾਰਿਆ ਹੈ, ਜਿਸ ਦੀਆਂ ਪ੍ਰਾਰੰਭਤਾ ਵਾਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਸਨ, ਆਓ ਸੰਪੂਰਨ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ।
ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਹਾਂਜੀ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਗੌੜੀ ਰਾਗ ਹੈ, ਗੌੜੀ ਰਾਗ ਦੀ ਪੂਰਬੀ ਜਾਤੀ ਹੈ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਪਾਵਨ ਸ਼ਬਦ ਦੇ ਉਚਾਰਨ ਕਰਤਾ ਹਨ। ਸਤਿਗੁਰੂ ਜੀ ਬਚਨ ਕਹਿਣ ਲੱਗੇ, ਹੈ ਕਿਰਸਾਨ ਹੈ ਰਾਹਗੀਰ, ਕਾਮ ਕਰਕੇ ਕ੍ਰੋਧ ਕਰਕੇ ਇਹ ਜਿਹੜਾ ਸਰੀਰ ਰੂਪੀ ਸ਼ਹਿਰ ਹੈ ਨਾ, ਉਹ ਭਰਿਆ ਹੋਇਆ। ਜਿਵੇਂ ਸ਼ਹਿਰ ਇੱਕ ਹੁੰਦਾ ਹੈ ਪਰ ਉਸ ਦੇ ਵਿੱਚ ਵੱਖੋ ਵੱਖਰੇ ਲੋਕ ਵਸਨੀਕ ਹੁੰਦੇ ਹਨ। ਇਵੇਂ ਤੇ ਨਹੀਂ ਨਾ ਵੀ ਇੱਕ ਸ਼ਹਿਰ ਦਾ ਇੱਕ ਹੀ ਬੰਦਾ ਵਾਸੀ ਹੋਵੇਗਾ। ਇਵੇਂ ਇਹ ਜਿਹੜਾ ਸਰੀਰ ਹੈ ਇਹ ਸ਼ਹਿਰ ਦੀ ਨਿਆਈ ਹੈ। ਨਗਰ ਨਾਮ ਸ਼ਹਿਰ ਦਾ ਹੁੰਦਾ ਹੈ। ਇਹ ਕਾਮ ਕਰਕੇ ਕ੍ਰੋਧ ਕਰਕੇ ਭਰਿਆ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬਹੁ ਨ ਸਿਮਰਿਓ ਰਾਮ। ਜੋ ਸਰੀਰ ਦੇ ਵਿੱਚ ਹੋਵੇਗਾ ਉਹ ਹੀ ਜ਼ੁਬਾਨ ਦੇ ਦੁਆਰਾ ਬਾਹਰ ਆਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਦੇ ਸਰੀਰ ਦੇ ਵਿੱਚ ਕਾਮ ਦਾ ਵਾਸਾ ਹੈ, ਇਸ ਸਰੀਰ ਦੇ ਵਿੱਚ ਕ੍ਰੋਧ ਦਾ ਵਾਸਾ ਹੈ, ਲੋਭ ਮੋਹ ਹੰਕਾਰ ਇਸ ਸਰੀਰ ਦੇ ਵਿੱਚ ਵਸ ਰਿਹਾ ਹੈ। ਜਿਸ ਦੇ ਬਾਰੇ ਪਾਵਨ ਬਚਨ ਆਉਂਦਾ, ਇਸ ਦੇਹੀ ਅੰਦਰ ਪੰਚ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰ। ਇਸ ਦੇਹੀ ਦੇ ਵਿੱਚ ਇੱਕ ਨਹੀਂ ਪੰਜ ਪੰਜ ਚੋਰ ਵਸ ਰਹੇ ਹਨ, ਜਿਨ੍ਹਾਂ ਨੇ ਇਸ ਸਰੀਰ ਨੂੰ ਸੰਨ ਲਾਈ ਹੋਈ ਹੈ। ਤਾਂ ਪੰਜੇ ਚੋਰ ਲੁੱਟ ਕੀ ਰਹੇ ਹਨ। ਜਿਵੇਂ ਇੱਕ ਘਰ ਦੇ ਵਿੱਚ ਇੱਕ ਚੋਰ ਕਦੀ ਚੋਰੀ ਨਹੀਂ ਕਰਦਾ, 2 4 5 6 ਚੋਰ ਮਿਲ ਕਰਕੇ ਕਿਸੇ ਵੀ ਘਰ ਦੇ ਵਿੱਚ ਸੰਨ ਲਾ ਕੇ ਉਸ ਨੂੰ ਲੁੱਟਦੇ ਹਨ। ਇਵੇਂ ਬੇਸ਼ੱਕ ਹੈਨ 5 ਚੋਰ, ਪਰ ਲੁੱਟ ਉਹ ਮਨੁੱਖਾ ਜੀਵਨ ਦੇ ਵਿੱਚੋਂ ਸ਼ੁਭ ਗੁਣ ਰਹੇ ਹਨ। ਔਗਣ ਐਬ ਇਸ ਸਰੀਰ ਦੇ ਵਿੱਚ ਭਰੀ ਜਾ ਰਹੇ। ਜਿੰਨੇ ਵੀ ਚੰਗੇ ਗੁਣ ਹਨ, ਸਤ ਸੰਤੋਖ ਦਇਆ ਧਰਮ ਇਤਿਆਦਿਕ, ਇਹਨਾਂ ਨੂੰ ਲੁੱਟੀ ਜਾ ਰਹੇ। ਤਾਂ ਹੀ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਦੇ ਦੁਆਰਾ ਸੰਸਕ੍ਰਿਤੀ ਦੇ ਸ਼ਲੋਕਾਂ ਦੇ ਵਿੱਚ ਇਹ ਬਚਨ ਕਿਹਾ ਹੈ ਕਿ हे ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਨੈ, ਚਿਤ ਹਰਨੰ ਤ੍ਰੈ ਲੋਕ ਗਮਯੰ, ਜਪ ਤਪ ਸੀਲ ਬਿਦਾਰਨੈ, ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਨੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, हे ਕਾਮ, ਜੀਵਾਂ ਨੂੰ ਤੂੰ ਬਿਨਾਂ ਟਿਕਟੋਂ ਸਿੱਧਾ ਹੀ ਨਰਕਾਂ ਦੇ ਵਿੱਚ ਵਾਸਾ ਦਿੰਦਾ ਹੈ। ਜਿਹੜਾ ਤੇਰੇ ਆਸਰੇ ਜੀਵਨ ਬਤੀਤ ਕਰਦਾ ਹੈ, ਕਾਮੀ ਹੋ ਕਰਕੇ ਉਹ ਬਹੁਤੀਆਂ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ। ਕਾਮ ਹੈ ਕੀ ਚੀਜ਼? ਗ੍ਰੰਥਾਂ ਦੇ ਵਿੱਚ ਬੋਲ ਲਿਖੇ ਹੋਏ ਹਨ ਕਿ ਕਾਮ ਕਾਮ ਸਭ ਕੋ ਕਹੈ, ਕਾਮ ਨ ਜਾਣੈ ਕੋਏ, ਜਿਤਨੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਜਿੰਨੀਆਂ ਵੀ ਸਾਡੇ ਮਨ ਦੇ ਵਿੱਚ ਵਾਸ਼ਨਾਵਾਂ ਹਨ, ਅੰਤःਕਰਨ ਦੀ ਬਿਰਤੀ ਹੈ ਮਨ ਦੇ ਵਿੱਚ ਜਿੰਨੀਆਂ ਵੀ ਵਾਸ਼ਨਾਵਾਂ ਪੈਦਾ ਹੋ ਰਹੀਆਂ ਹਨ, ਉਸ ਨੂੰ ਕਾਮ ਕਹਿੰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਬੇਸ਼ੱਕ ਅਲਪ ਸੁਖ ਅਵਿਤ ਚੰਚਲ, ਤੇਰੀ ਪ੍ਰਬਲਤਾ ਇੰਨੀ ਹੈ ਕਿ ਤੂੰ ਧਨਾੜ ਪੁਰਖਾਂ ਨੂੰ ਵੀ, ਅਵਿਤ ਦਾ ਅਰਥ ਹੈ ਧਨ ਤੋਂ ਸਖਣਿਆ ਕਰ ਦਿੰਦਾ।
ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪਾਵਨ ਚਰਿਤ੍ਰੋ ਪਖਿਆਨ ਦੀ ਬਾਣੀ ਲਿਖੀ ਹੈ। ਉਸ ਦੇ ਵਿੱਚ ਇੱਕ ਰਾਜੇ ਦਾ ਜ਼ਿਕਰ ਆਉਂਦਾ ਹੈ ਜਿਸ ਦਾ ਨਾਮ ਕਾਰੂ ਬਾਦਸ਼ਾਹ ਕਰਕੇ ਆਉਂਦਾ, ਜਿਸ ਦੇ ਬਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ ਹੈ ਕਿ 40 ਗੰਜ ਜੋਰਿਓ ਨਾ ਰਾਖਿਓ ਈਮਾਨ, ਦੇਖੋ ਰੇ ਲੋਗਾ ਕਾਰੂ ਹੋਤਾ ਪਰੇਸ਼ਾਨ। 40 ਗੰਜ ਖਜ਼ਾਨੇ ਦਾ ਮਾਲਕ ਇਹ ਕਾਰੂ ਬਾਦਸ਼ਾਹ, ਇਸ ਦੇ ਕੋਲ ਜਿੰਨੀ ਵੀ ਧਨ ਦੌਲਤ ਸੀ ਨਾ, ਇੱਕ ਵੇਸਵਾ ਔਰਤ ਨੇ ਲੁੱਟੀ ਸੀ ਤੇ ਉਹ ਵੇਸਵਾ ਔਰਤ ਹੀ ਇਸ ਦੇ ਪ੍ਰਾਣਾਂ ਦਾ ਅੰਤ ਕਰਨ ਦਾ ਕਾਰਨ ਬਣੀ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਲਿਖੇ। ਇਸ ਵਾਸਤੇ ਜਿਹੜਾ ਬੰਦਾ ਆਪਣੇ ਜੀਵਨ ਨੂੰ ਕਾਮ ਦੇ ਅਧੀਨ ਕਰਕੇ ਇਸ ਸੰਸਾਰ ਦੇ ਵਿੱਚ ਤੁਰਦਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਉਸ ਦਾ ਇਹ ਕਾਮ ਤੂੰ ਜਪੀਆਂ ਦਾ ਜਪ, ਤਪੀਆਂ ਦਾ ਤਪ, ਨਾਸ਼ ਕਰਨ ਦੀ ਸਮਰੱਥਾ ਰੱਖਦਾ। ਸੀਲ ਸੁਭਾਅ, ਜਿਹੜੇ ਸੀਲ ਸੁਭਾਅ ਦੇ ਵਾਰਸ ਹਨ, ਉਹਨਾਂ ਦਾ ਸੀਲ ਸੁਭਾਅ ਤੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਸੰਸਾਰ ਦੇ ਵਿੱਚ ਇੱਕ ਰਿਸ਼ੀ ਹੋਇਆ ਹੈ, ਉਸ ਦਾ ਨਾਮ ਸੀ ਸੌਰਵ ਰਿਸ਼ੀ। ਇੰਨਾ ਜ਼ਿਆਦਾ ਜਪਿਆ ਸੀ ਕਿ ਜਪ ਕਰਦਿਆਂ ਕਰਦਿਆਂ ਇੱਕ ਜਗ੍ਹਾ ਦੇ ਉੱਪਰ ਸਮਾਧੀ ਦੇ ਵਿੱਚ ਬੈਠਾ ਹੋਇਆ ਸੀ ਤੇ ਸਾਰੇ ਹੀ ਸਰੀਰ ਨੂੰ ਜਿਹੜੀ ਸੀ ਉਹ ਵਰਮੀ ਦੇ ਵੀ ਲਪੇਟ ਦੇ ਵਿੱਚ ਆ ਗਿਆ ਸੀ। ਕੇਵਲ ਅੱਖਾਂ ਨੰਗੀਆਂ ਰਹੀਆਂ। ਇਸੇ ਹੀ ਰਿਆਸਤ ਦਾ ਰਾਜਾ ਆਪਣੇ ਧੀਆਂ ਪੁੱਤਰਾਂ ਦੇ ਨਾਲ ਜੰਗਲ ਵਾਲੇ ਪਾਸੇ ਨੂੰ ਆਇਆ। ਛੋਟੀਆਂ ਬਾਲਕ ਉਸ ਦੀਆਂ ਬੱਚੀਆਂ ਸਨ। ਕੀ ਦੇਖਿਆ ਦੂਰੋਂ ਕਿ ਕੋਈ ਚੀਜ਼ ਚਮਕ ਰਹੀ ਹੈ। ਉਸ ਦੇ ਵਿੱਚ ਉਹਨਾਂ ਬੱਚੀਆਂ ਨੇ ਸੂਲਾਂ ਮਾਰਤੀਆਂ, ਅੱਖਾਂ ਦੇ ਵਿੱਚੋਂ ਖੂਨ ਵਹਿਆ। ਜਦੋਂ ਸੂਲ ਵੱਜੇ, ਡਰੀਆਂ ਹੋਈਆਂ ਨੇ ਆਣ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਪਿਤਾ, ਸਾਡੇ ਕੋਲੋਂ ਇਹ ਗੁਸਤਾਖੀ ਹੋ ਗਈ ਹੈ। ਆਣ ਕੇ ਦੇਖਿਆ ਉਹ ਵਰਮੀ ਦੀ ਮਿੱਟੀ ਝਾੜੀ ਤੇ ਸਰੀਰ, ਅੱਧਾ ਸਰੀਰ ਖਾਦਾ ਹੋਇਆ, ਅੱਧਾ ਬਚਿਆ ਹੋਇਆ, ਪਰ ਪ੍ਰਾਣ ਸਵਾਸ ਅਜੇ ਚੱਲ ਰਹੇ ਹਨ। ਬੜੇ ਪ੍ਰੇਮ ਦੇ ਨਾਲ ਉਸ ਰਾਜੇ ਨੇ ਨਮਸਕਾਰ ਕੀਤੀ ਤੇ ਕਹਿਣ ਲੱਗਾ, ਜੀ ਛੋਟੀਆਂ ਸਨ ਧੀਆਂ ਧਿਆਣੀਆਂ, ਇਹਨਾਂ ਦੇ ਕੋਲੋਂ ਗਲਤੀ ਹੋ ਗਈ ਹੈ, ਕਿਰਪਾ ਕਰਕੇ ਮੁਆਫ ਕਰ ਦਿਓ। ਗੁਸਤਾਖੀ ਦੀ ਮਾਫੀ ਮੰਗਣ ਦੇ ਵਾਸਤੇ ਮੈਂ ਤੁਹਾਡੇ ਕੋਲ ਆਇਆ ਹਾਂ। ਤਾਂ ਦੇਖੋ ਕਿੰਨਾ ਕੁ ਉਸ ਦੀ ਸਮਾਧੀ ਹੋਵੇਗੀ ਕਿ ਬੈਠਿਆ ਹੋਇਆ ਸਰੀਰ ਦੇ ਉੱਪਰ ਸਿਉਂਕ ਜੰਮ ਗਈ ਸੀ। ਸਿਉਂਕ ਨੇ ਵਰਮੀ ਬਣਾ ਲਈ ਸੀ। ਪਰ ਜਿਉਂ ਸਮਾਧੀ ਚੋਂ ਉੱਠਿਆ, ਕਹਿਣ ਲੱਗੇ, ਗੁਸਤਾਖੀ ਦੀ ਮੁਆਫੀ ਤਾਂ ਮਿਲੇਗੀ ਜੇ ਤੂੰ ਆਪਣੀ ਇੱਕ ਧੀ ਦਾ ਜਿਹੜਾ ਵਿਆਹ ਹੈ ਉਹ ਮੇਰੇ ਨਾਲ ਕਰਦਾ। ਰਾਜਾ ਬੜਾ ਹੈਰਾਨ ਹੋਇਆ। ਉਸ ਵੇਲੇ ਮਨ ਦੇ ਵਿੱਚ ਇਹ ਸੋਚਦਾ ਵੀ ਹੈ ਕਿ ਕਿਹੜੀ ਧੀ ਹੈ ਜਿਹੜੀ ਇਸ ਦੇ ਨਾਲ ਵਿਆਹ ਕਰਨ ਦੇ ਵਾਸਤੇ ਮੰਨੇਗੀ। ਆਪਣੇ ਜਪ ਦੇ ਆਸਰੇ ਇੰਨਾ ਸੋਹਣਾ ਸਵਰੂਪ ਬਣਾ ਲਿਆ। ਉਸ ਰਾਜੇ ਦੀਆਂ 100 ਪੁੱਤਰੀਆਂ ਸਨ, 100 ਨੇ ਹੀ ਇਕੱਠੀਆਂ ਨੇ ਇਸ ਸੌਰਵ ਰਿਸ਼ੀ ਨੂੰ ਵਰ ਲਿਆ ਸੀ। ਇਵੇਂ ਵੱਡੇ ਵੱਡੇ ਜਿਹੜੇ ਤਪੀਏ ਲੋਕ ਹਨ, ਤਪ ਕਰਨ ਵਾਲੇ, ਜਿਵੇਂ ਸਰਿੰਗੀ ਰਿਖੀ ਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਹੜਾ ਛੋਟੀ ਅਵਸਥਾ ਤੋਂ ਹੀ, ਬਾਲਕ ਅਵਸਥਾ ਤੋਂ ਹੀ ਜੰਗਲ ਦੇ ਵਿੱਚ ਰਹਿ ਰਿਹਾ ਸੀ। ਜਪ ਤਪ ਕਰਨਾ, ਕੰਦ ਮੂਲ ਆਪਣੇ ਜੀਵਨ ਦਾ ਆਹਾਰ ਕੀਤਾ। ਲਾਗੇ ਇੱਕ ਰਾਜੇ ਦੇ ਦੇਸ਼ ਵਿੱਚ ਕਾਲ ਪੈ ਗਿਆ।
ਪੁੱਛਿਆ ਤੇ ਦਾਨੇ ਪੁਰਖਾਂ ਨੇ ਕਿਹਾ ਜਿਹੜਾ ਇਸ ਜੰਗਲ ਦੇ ਵਿੱਚ ਸ੍ਰਿੰਗੀ ਰਿਖੀ ਵਸਦਾ ਹੈ ਨਾ, ਜੇ ਉਹ ਨਗਰ ਦੇ ਵਿੱਚ ਆ ਜਾਵੇ ਤੇ ਮੀਂਹ ਪੈ ਜਾਵੇਗਾ, ਇਹ ਕਾਲ ਜਿਹੜਾ ਦੁਰਭਿਖ ਪਿਆ ਹੋਇਆ ਇਹ ਨਾਸ਼ ਹੋ ਜਾਵੇਗਾ। ਰਾਜੇ ਨੇ ਆਪਣੇ ਵਜ਼ੀਰ ਅਹਿਲਕਾਰ ਸਾਰੇ ਵਾਰੋ-ਵਾਰ ਭੇਜੇ, ਬੇਨਤੀਆਂ ਕੀਤੀਆਂ। ਕਹਿਣ ਲੱਗਾ ਮੇਰਾ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਕੀ ਕੰਮ ਹੈ, ਇੱਥੇ ਹੀ ਬਸ ਸਿਮਰਨ ਭਜਨ ਭਗਤੀ ਕਰਦੇ ਆ, ਆਪਣਾ ਵਧੀਆ ਗੁਜ਼ਾਰਾ ਚੱਲੀ ਜਾ ਰਿਹਾ, ਕਿਸੇ ਦੀ ਗੱਲ ਹੀ ਨਾ ਸੁਣੀ। ਇੱਕ ਵੇਸਵਾ ਔਰਤ ਸੀ, ਉਹ ਕਹਿਣ ਲੱਗੀ ਇਹ ਰਾਜਾ ਬੇਸ਼ੱਕ ਮੇਰੇ ਚੰਗੇ ਕਰਮ ਨਹੀਂ, ਪਰ ਤੇਰੇ ਵਾਂਗੂ ਆਪਣੇ ਦੇਸ਼ ਸ਼ਹਿਰ ਦਾ ਭਲਾ ਮੈਂ ਵੀ ਚਾਹੁੰਦੀ ਆ। ਜੇ ਤੂੰ ਹੁਕਮ ਕਰੇ ਤੇ ਮੈਂ ਉਸ ਰਿਸ਼ੀ ਨੂੰ ਤੇਰੇ ਪਾਸ ਲੈ ਕੇ ਆਵਾਂ। ਰਾਜਾ ਬੜਾ ਹੈਰਾਨ ਹੋਇਆ, ਹੈਰਾਨ ਹੋ ਕੇ ਕਹਿਣ ਲੱਗਾ ਹੈ ਤੂੰ ਨਿਖਿੱਧ ਕਰਮਾਂ ਵਾਲੀ ਵੇਸਵਾ ਔਰਤ, ਮੈਂ ਆਪਣੇ ਸਾਰੇ ਜਿਹੜੇ ਅੰਗ ਰੱਖਿਅਕ ਵਜ਼ੀਰ ਸਲਾਹਕਾਰ ਜਿਹੜੇ ਬੜੇ ਪ੍ਰੇਮ ਦੇ ਨਾਲ ਜਾ ਕੇ ਨਮਸਕਾਰਾਂ ਵੀ ਕੀਤੀਆਂ ਔਰ ਸਮਝਾਇਆ ਵੀ ਬੜੇ ਧਿਆਨ ਤਰੀਕੇ ਦੇ ਨਾਲ, ਉਹਦੀਆਂ ਗੱਲਾਂ ਸੁਣ ਕੇ ਨਹੀਂ ਹੋਇਆ। ਕਹਿਣ ਲੱਗੇ ਇੱਕ ਵਾਰ ਹੁਕਮ ਤੇ ਕਰੋ, ਤੁਹਾਡਾ ਹੁਕਮ ਪਾ ਕਰਕੇ ਮੈਂ ਜਾਵਾਂਗੀ ਔਰ ਜ਼ਰੂਰ ਲੈ ਕੇ ਆਵਾਂਗੀ। ਉਸ ਵੇਲੇ ਉਹ ਵੇਸਵਾ ਔਰਤ ਜੰਗਲ ਦੇ ਵਿੱਚ ਗਏ, ਜਾ ਕੇ ਹੌਲੀ ਹੌਲੀ ਪਹਿਲੋਂ ਆਪਣਾ ਸਰੂਪ ਦਿਖਾਇਆ। ਸੋਚਿਆ ਕਿ ਦੇਵ ਲੋਕ ਦੇ ਵਿੱਚੋਂ ਕੋਈ ਅਪਛਰਾ ਹੀ ਆਈ ਹੈ। ਪਹਿਲੋਂ ਫਲ ਦੇਣੇ, ਮੁੱਠੀ ਚਾਪੀ ਕਰਨ ਲੱਗ ਪਈ, ਲਿਆਣ ਕੇ ਮਠਿਆਈਆਂ ਉਹ ਭੇਟਾ ਕਰਨ ਲੱਗ ਪਈ। ਆਖਰਕਾਰ ਨੂੰ ਮਨ ਦੇ ਵਿੱਚ, ਕਿਉਂਕਿ ਆਪਣੇ ਹੱਥ ਦੇ ਨਾਲ ਖਵਾਈਆਂ ਸਨ, ਜੈਸਾ ਖਾਈਏ ਅੰਨ ਵੈਸਾ ਹੋਵੇ ਮਨ, ਉਹ ਖਵਾਉਣੀਆਂ ਸ਼ੁਰੂ ਹੋ ਗਈਆਂ। ਮਨ ਦੇ ਵਿੱਚ ਵਾਸ਼ਨਾਵਾਂ ਦੀ ਉਤਪਤੀ ਹੋ ਗਈ। ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਲਿਖਿਆ ਹੈ ਕਿ 6 ਪੁੱਤਰ ਤੇ 7 ਪੁੱਤਰੀਆਂ, ਕੁੱਲ 13 ਨਿਆਣੇ ਉਸ ਵੇਸਵਾ ਦੀ ਕੁੱਖ ਦੇ ਵਿੱਚੋਂ ਜਨਮੇ, ਔਰ ਸਾਰੇ ਹੀ ਉਹ ਸੰਤਾਨ ਉਸ ਸਿੰਘੀ ਰਿਖੀ ਦੀ ਸੀ। ਫਿਰ ਕਿਹਾ ਐਵੇਂ ਜੰਗਲਾਂ ਦੇ ਵਿੱਚ ਰਹਿ ਕੇ ਕਿਵੇਂ ਗੁਜ਼ਾਰਾ ਹੋਵੇਗਾ, ਚਲੀਏ ਆਪਾਂ ਨਗਰ ਦੇ ਵਿੱਚ। ਨਗਰ ਦੇ ਵਿੱਚ ਗਏ, ਮੀਂਹ ਪਿਆ। ਆਖਰਕਾਰ ਨੂੰ ਜਦੋਂ ਮੀਂਹ ਹਟੇ ਨਾ ਤਾਂ ਫਿਰ ਉਸ ਵੇਸਵਾ ਨੇ ਮਿਹਣਾ ਮਾਰਿਆ ਕਿ ਕਿੱਥੇ ਸਿਮਰਨ ਭਜਨ ਕਰਨ ਵਾਲਾ ਕਿਹੜੇ ਵਿਸ਼ਿਆਂ ਦੇ ਰੋੜ ਦੇ ਵਿੱਚ ਰੋੜਿਆ ਹੋਇਆ ਹੈ ਆਪਣੇ। ਫਿਰ ਉਹ ਵਾਪਸ ਜੰਗਲ ਦੇ ਵਿੱਚ ਚਲੇ ਗਏ। ਇਵੇਂ ਮਹਾਰਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ हे ਕਾਮ ਤੂੰ ਇੰਨਾ ਕੁ ਪ੍ਰਬਲ ਹੈ, हे ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਨਹਿ, ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਨ। ਜਿਨ੍ਹਾਂ ਦੇ ਸੀਲ ਸੁਭਾਅ ਹਨ, ਉਹਨਾਂ ਦੇ ਸੀਲ ਸੁਭਾਅ ਵੀ ਤੂੰ ਸੰਸਾਰ ਦੇ ਵਿੱਚ ਖਤਮ ਕਰ ਦਿੱਤਾ। ਬੇਸ਼ੱਕ ਸਪਰਸ਼ ਕਰਨ ਮਾਤਰ ਹੀ ਤੇਰਾ ਸੰਸਾਰ ਦੇ ਵਿੱਚ ਸੁਖ ਹੈ, ਇਸ ਦੇ ਨਾਲੋਂ ਵੱਧ ਕੁਛ ਨਹੀਂ। ਅਲਪ ਸੁਖ, ਥੋੜਾ ਜਿਹਾ ਸੁਖ ਹੈ, ਜਿਸ ਦੇ ਬਾਬਤ ਗੁਰੂ ਕੀ ਬਾਣੀ ਨੇ ਕਿਹਾ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ, ਘੜੀ ਮੋਹ ਤਰੰਗ ਮਾਨੈ ਰਲਿਆ, ਬਹੁਰ ਬਹੁਰ ਪਛਤਾਵੈ। ਪਰ ਇਸ ਅਲਪ ਸੁਖ ਦੇ ਕਾਰਨ ਤੂੰ ਅਵਿਤ ਚੰਚਲ, ਜਿਹੜੇ ਚੰਚਲ ਮਨ ਹਨ, ਕਾਮ ਦੇ ਵਹਿਣ ਦੇ ਵਿੱਚ ਵਹਿ ਹੋਏ, ਉਹਨਾਂ ਤੂੰ ਧਨੀਆਂ ਨੂੰ ਨਿਰਧਨ ਸੰਸਾਰ ਦੇ ਵਿੱਚ ਕਰਤਾ। ਫਿਰ ਇਹ ਨਹੀਂ ਵੀ ਤੂੰ ਕਿਸੇ ਇੱਕ ਜਾਤੀ, ਵਿਸ਼ੇਸ਼ ਜਾਤੀ ਦੇ ਵਿੱਚ ਪਾਇਆ ਜਾਣਾ ਹੈ। ਦੁਨੀਆ ਦੇ ਵਿੱਚ ਜਿੰਨੀਆਂ ਵੀ ਜਾਤੀਆਂ, ਕੋਈ ਉੱਚਾ ਹੈ, ਕੋਈ ਨੀਵਾਂ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਧਨਾੜ ਹੈ, ਕੋਈ ਕੰਗਾਲ ਹੈ, ਕੋਈ ਰਾਜਾ ਹੈ ਜਾਂ ਉਸਦਾ ਕੋਈ ਅਹਿਲਕਾਰ ਹੈ, ਸਾਰਿਆਂ ਦੇ ਵਿੱਚ ਤੂੰ ਸਮਾਇਆ ਹੋਇਆ।
ਮਹਾਂਪੁਰਖਾਂ ਨੇ ਇਸ ਦਾ ਹੋਰ ਵੀ ਸਮਾਵਨ ਹੈ, ਸਮ ਆਵਨ, ਸਮ ਦਾ ਅਰਥ ਬਰੋਬਰ, ਆਵਨ ਆਇਆ ਹੋਇਆ ਹੈ। ਇਹ ਅਰਥ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੀਤੇ। ਤੇ ਫਿਰ ਅੱਗੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਤਬ ਭੈ ਬਿਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਜੇ ਤੇਰਾ ਭੈ ਕਿਤੇ ਖਤਮ ਹੁੰਦਾ ਹੈ, ਡਰ ਕਿਤੇ ਖਤਮ ਹੁੰਦਾ ਹੈ, ਉਹ ਹੈ ਗੁਰੂ ਕੀ ਸੰਗਤ ਦੇ ਵਿੱਚ। ਰੱਬ ਦੇ ਪਿਆਰਿਆਂ ਦੀ ਜਦੋਂ ਸੰਗਤ ਕਰੀਏ, ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ, ਉੱਥੇ ਤੇਰਾ ਡਰ ਨਹੀਂ ਰਹਿੰਦਾ। ਤੇ ਸਾਧ ਸੰਗਤ ਕੈਸੀ ਹੈ? ਓਟ ਨਾਨਕ ਨਾਰਾਇਣ ਹੈ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਓਟ ਹੈ। ਐਸੇ ਸਾਧੂਆਂ ਦੀ ਸੰਗਤ ਦੇ ਵਿੱਚ ਵੀ ਬੈਠ ਜਾਈਏ ਨਾ, ਤਾਂ ਵੀ ਕਹਿੰਦੇ ਤੇਰਾ ਡਰ ਨਹੀਂ ਰਹਿੰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਾਮ ਕ੍ਰੋਧ ਨਗਰ ਬਹੁ ਭਰਿਆ। ਕਾਮ ਕਰਕੇ, ਕ੍ਰੋਧ ਕਰਕੇ ਇਹ ਜਿਹੜਾ ਸਰੀਰ ਹੈ ਇਹ ਭਰਿਆ ਹੋਇਆ, ਇਹ ਲਬਾ ਲਬ ਨਕੋ ਨਕ ਭਰਿਆ ਹੋਇਆ। ਮਿਲ ਸਾਧੂ ਖੰਡਲ ਖੰਡਾ ਹੈ। ਮਿਲ ਕਰਕੇ ਸੱਚੇ ਗੁਰੂ ਦੇ ਨਾਲ, ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਮਿਲ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੇ ਨਾਲ ਖੰਡਲ, ਇਹ ਜਿਹੜਾ ਸਮੂਹ ਸੀ ਨਾ, ਇਹਨਾਂ ਦਾ ਇੱਕ ਜੁੱਟ ਬਣਿਆ ਹੋਇਆ ਸੀ ਪੰਜਾਂ ਵਿਕਾਰਾਂ ਦਾ, ਇਹਨੂੰ ਖੰਡਤਾ ਹੈ ਭਾਈ, ਇਸ ਨੂੰ ਨਾਸ਼ ਕਰਤਾ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਹੀ ਐਸੀ ਹੈ। ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਪਟ ਸਾਹਿਬਾਨਾਂ ਨੇ ਬਚਨ ਕਿਹਾ ਹੈ ਕਿ ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ। ਗੁਰ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁਕੈ। ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪਰਸ਼ਨ ਦੇ ਨਾਲ ਪਟ ਸਾਹਿਬਾਨ ਕਹਿੰਦੇ, ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਗਿਆ, ਵਿਕਾਰਾਂ ਤੋਂ ਤੇ ਨਿਜਾਤ ਉਸ ਦੇ ਜੀਵਨ ਨੂੰ ਮਿਲਦੀ ਹੈ। ਜਿਹੜੇ ਹੋਰ ਪਾਪ ਹਨ ਉਹਨਾਂ ਤੋਂ ਵੀ ਉਸ ਦੇ ਜੀਵਨ ਨੂੰ ਨਿਜਾਤ ਮੁਕਤੀ ਮਿਲ ਜਾਂਦੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੈ ਭਾਈ ਮਿਲ ਸਾਧੂ ਖੰਡਲ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਕੇ ਇਹ ਜਿਹੜਾ ਕਾਮ ਹੈ, ਕ੍ਰੋਧ ਹੈ, ਇਸ ਨੂੰ ਖੰਡਿਆ ਜਾਂਦਾ ਹੈ, ਇਸ ਦੇ ਟੁਕੜੇ ਹੋ ਜਾਂਦੇ, ਇਹਨੂੰ ਨਾਸ਼ ਕੀਤਾ ਜਾਂਦਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਪੂਰਬ ਲਿਖਤ, ਪਹਿਲੇ ਕਰਮਾਂ ਦੀ ਲਿਖਤ ਦੇ ਮੁਤਾਬਕ ਸਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਪ੍ਰਾਪਤ ਹੋਈ। ਪਹਿਲੀ ਲਿਖਤ ਕੀ ਹੈ? ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਬ ਲਿਖਤ ਸਾਰੀ ਲਿਖੀ ਹੈ। ਜਿਸ ਵੇਲੇ ਲਵ ਔਰ ਕੁਸ਼ ਦਾ ਜੰਗ ਹੋਇਆ ਹੈ ਆਪਸ ਵਿੱਚ ਲਾਹੌਰ ਤੇ ਕਸੂਰ ਵਾਲਿਆਂ ਦਾ, ਤਾਂ ਉਸ ਵੇਲੇ ਸਤਿਗੁਰੂ ਨੇ ਇਹ ਬਚਨ ਲਿਖਿਆ ਹੈ ਕਿ ਲਵੀ ਸਰਬ ਜੀਤੇ ਕੁਸ਼ੀ ਸਰਬ ਹਾਰੇ। ਜਿਹੜੇ ਕੁਸ਼ੂ ਦੀ ਕੁਲ ਸਨ ਕਸੂਰ ਵਾਲੇ, ਉਹ ਹਾਰ ਗਏ, ਤੇ ਲਵੀ ਦੀ ਜਿਹੜੀ ਕੁਲ ਸੀ ਉਹ ਸਾਰੀ ਜਿੱਤ ਗਈ। ਉਸ ਵੇਲੇ ਕੀ ਹੋਇਆ? ਜਿਸ ਵੇਲੇ ਹਾਰ ਗਏ, ਉਹਨਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਵਾਸਤੇ ਕਾਂਛੀ ਦੇ ਵਿੱਚ ਚਲੇ ਗਏ, ਸਰੀਰ ਦੇ ਉੱਪਰ ਬ੍ਰਾਹਮਣੀ ਭੇਖ ਧਾਰਨ ਕਰ ਲਿਆ। ਉਸ ਜਗ੍ਹਾ ਦੇ ਉੱਪਰ ਜਾ ਕੇ ਉਹਨਾਂ ਨੇ ਵੇਦ ਪੜ੍ਹੇ, ਜਿਵੇਂ ਪਾਠ ਸਿੱਖਣ ਵਾਲੇ ਨੂੰ ਆਪਾਂ ਪਾਠੀ ਸੇ ਕਹਿ ਦਿੰਦੇ ਨੇ, ਐਵੇਂ ਉਹਨਾਂ ਨੂੰ ਲੋਕ ਵੇਦੀ ਕਹਿਣ ਲੱਗ ਪਏ। ਹੋਰ ਅਜੋਕੇ ਸਮੇਂ ਦੇ ਵਿੱਚ ਇਸ ਗੱਲ ਦਾ ਬੜਾ ਪ੍ਰਚਾਰ ਹੋ ਰਿਹਾ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੇ ਲਵੀ ਦੀ ਸੰਤਾਨ ਕਿਹਾ ਜਾਂਦਾ, ਐਸਾ ਨਹੀਂ।
ਕੋਈ ਵੀ ਹੈ ਨਾ ਸੰਸਾਰ ਦੇ ਵਿੱਚ ਉਸ ਦੀ ਕਿਤੇ ਨਾ ਕਿਤੇ ਕੁੱਲ ਜਾ ਕੇ ਜੁੜਦੀ ਹੈ। ਮੰਨ ਲਓ ਜੇ ਅਸੀਂ ਆ, ਸਾਡੇ ਪਿਤਾ ਦਾ ਪਿਤਾ ਜਿਹੜਾ ਸਾਡਾ ਦਾਦਾ ਲੱਗਿਆ, ਉਸ ਦਾ ਪੜਦਾਦਾ, ਉਸ ਦਾ ਨਗੜ ਦਾਦਾ, ਗਾਂ ਪਿਛਾਂ ਤੇ ਕਿਤੇ ਕੁੱਲ ਜਾਂਦੀ ਹੈ। ਸਤਿਗੁਰੂ ਨੇ ਉਹ ਸਾਰੀ ਗਾਥਾ ਲਿਖੀ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਢੀਆਂ ਦੇ ਬਾਰੇ ਲਿਖਿਆ ਹੈ, ਸਤਿਗੁਰੂ ਜੀ ਕਹਿੰਦੇ ਸਨੌੜ ਦੇਸ਼ ਦੇ ਵਾਸੀ ਜਿਹੜੇ, ਉਹਨਾਂ ਨੂੰ ਸੋਢੀ ਕਿਹਾ ਗਿਆ। ਐਵੇਂ ਜਿਨ੍ਹਾਂ ਨੇ ਵੇਦਾਂ ਦੇ ਪਾਠ ਸਿੱਖੇ, ਉਹਨਾਂ ਨੂੰ ਬੇਦੀ ਕਹਿਣ ਲੱਗ ਪਏ। ਆਖਰਕਾਰ ਨੂੰ ਸਮਾਂ ਆਇਆ, ਲੰਮਾ ਸਮਾਂ ਲਾਹੌਰ ਵਾਸੀ ਜਿਹੜੇ ਸਨ, ਉਹਨਾਂ ਨੂੰ ਰਾਜ ਕਰਦਿਆਂ ਹੋ ਗਿਆ। ਸੋਚਿਆ ਵੀ ਬਥੇਰੀ ਮਾਰ ਧਾੜ ਕੀਤੀ ਹੈ, ਬੜਾ ਲੰਬਾ ਸਮਾਂ ਰਾਜ ਕਮਾ ਲਿਆ ਹੈ, ਚਾਹੀਦਾ ਹੈ ਕਿ ਹੁਣ ਧਰਮ ਦਾ ਕੋਈ ਕਰਮ ਕਰੀਏ ਜਿਸ ਦੇ ਨਾਲ ਇਹ ਜੀਵਨ ਸਫਲ ਹੋ ਜਾਵੇ। ਤਾਂ ਉਸ ਵੇਲੇ ਕਾਂਚੀ ਦੇ ਵਿੱਚੋਂ ਉਹਨਾਂ ਨੇ ਵੇਦ ਪਾਠੀ ਸੱਦੇ। 4 ਵੇਦਾਂ ਦਾ ਪਾਠ ਸਰਵਣ ਕਰਨ ਦੇ ਵਾਸਤੇ ਮਨ ਦੇ ਵਿੱਚ ਇੱਛਾ ਜਾਗੀ। ਇਵੇਂ ਲਿਖਿਆ ਹੋਇਆ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਾਵਨ ਰਚਨਾ ਦੇ ਵਿੱਚ ਕਿ ਤਿੰਨਾਂ ਵੇਦਾਂ ਦਾ ਪਾਠ ਜਿਸ ਵੇਲੇ ਉਹਨਾਂ ਨੇ ਸੁਣਿਆ, ਮਨ ਦੇ ਵਿੱਚ ਬੜੀ ਪ੍ਰਸੰਨਤਾ ਆਈ। ਬੜੇ ਪ੍ਰੇਮ ਦੇ ਨਾਲ ਜਿਵੇਂ ਉਸ ਦਾ ਉਚਾਰਨ ਕਰਤਾ ਸੀ, ਉਸੇ ਢੰਗ ਤਰੀਕੇ ਦੇ ਨਾਲ ਬੜੀ ਸੋਹਣੀ ਲੈਅ ਦੇ ਵਿੱਚ ਬੜਾ ਸੋਹਣਾ ਉਚਾਰਨ ਕੀਤਾ। ਜਦੋਂ ਚੌਥੇ ਵੇਦ ਦੀ ਪ੍ਰਾਰੰਭਤਾ ਕੀਤੀ ਤੇ ਮਨ ਦੇ ਵਿੱਚ ਇਹ ਇੱਛਾ ਜ਼ਾਹਰ ਹੋਈ ਕਿ ਕਿੰਨਾ ਸੋਹਣਾ ਪਾਠ ਕਰ ਰਹੇ ਹਨ, ਇੰਨੇ ਸੋਹਣੇ ਇਹ ਵੇਦ ਪਾਠੀ ਹਨ, ਇਹਨਾਂ ਨੂੰ ਰਾਜ ਦੇ ਦੇਣਾ ਚਾਹੀਦਾ। ਤਾਂ ਉਸ ਵੇਲੇ ਜਿਹੜੇ ਲਾਹੌਰ ਵਾਸੀ ਰਾਜੇ ਸਨ, ਉਹਨਾਂ ਨੇ ਆਪਣਾ ਰਾਜ ਇਹਨਾਂ ਨੂੰ ਦੇਤਾ ਬੇਦੀਆਂ ਨੂੰ। ਉਹ ਲਾਹੌਰ ਤੋਂ ਗਾਂ ਉਹ ਸਨੌੜ ਚਲੇ ਗਏ ਸਨ ਤੇ ਉਸ ਜਗ੍ਹਾ ਦੇ ਉੱਪਰ ਇਹਨਾਂ ਨੂੰ ਸੋਢੀ ਕਹਿਣ ਲੱਗ ਪਏ ਸਨ, ਕਿਉਂਕਿ ਸਨੌੜ ਦੇਸ਼ ਦੇ ਵਾਸੀ ਸਨ। ਜਿਸ ਵੇਲੇ ਉਹਨਾਂ ਨੇ ਵੇਦ ਸੁਣੇ, ਚੌਥਾ ਵੇਦ ਸੁਣਿਆ, ਰਾਜ ਭਾਗ ਅਰਪਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਬਚਨ ਆਪਣੀ ਮੁਬਾਰਕ ਰਸਨਾ ਦੇ ਦੁਆਰਾ ਬਚਨ ਕਿਹਾ ਕਿ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਏ ਕਹਿ, ਦੇਤ ਬਏ ਬਰਦਾਨ ਹੀਏ ਹੁਲਸਾਏ ਕਹਿ, ਜਬ ਕਲ ਮੈਂ ਹਮ ਨਾਨਕ ਨਾਮ ਕਹਾਏ हैं हो जगत पूज कर तोहे परम पद पाए। ਕਹਿੰਦੇ ਜਦੋਂ ਅਸੀਂ ਕਲਯੁਗ ਦੇ ਵਿੱਚ ਆਪਣਾ ਨਾਮ, ਕਿਉਂਕਿ ਉਹਨਾਂ ਨੇ ਭਵਿੱਖ ਗ੍ਰੰਥ ਪੜ੍ਹੇ ਹੋਏ ਸਨ, ਭਵਿੱਖ ਕਹਿੰਦੇ ਸਾਡੀ ਕੁਲ ਦੇ ਵਿੱਚੋਂ ਕਲਯੁਗ ਦੇ ਵਿੱਚ ਜਗਤ ਦਾ ਉਧਾਰ ਕਰਨ ਦੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪ੍ਰਗਟ ਹੋਣਗੇ। ਚੌਥੀ ਜਗ੍ਹਾ ਦੇ ਉੱਪਰ ਫਿਰ ਅਸੀਂ ਤੁਹਾਨੂੰ ਗੁਰੂ ਥਾਪਾਂਗੇ। ਚੌਥੀ ਜਗ੍ਹਾ ਦੇ ਉੱਪਰ ਉਹ ਗੁਰਿਆਈ ਤੁਹਾਡੇ ਘਰ ਦੇ ਵਿੱਚ ਟਿਕੀ ਰਹੇਗੀ ਸਦਾ ਚਿਰ ਵਾਸਤੇ। ਤੇ ਅੱਗੇ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਲਿਖਿਆ ਹੈ, ਜਬ ਵਰਦਾਨ ਸਮਾਂ ਉਹ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਉਹ ਵਰਦਾਨ ਦਾ ਜਦੋਂ ਸਮਾਂ ਆਇਆ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਗੁਰੂ ਕਹਾਏ, ਜਿਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ। ਦਿਚੈ ਪੂਰਬ ਦੇਵਨਾ, ਜਿਸ ਦੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਪੂਰਬ ਲਿਖਤ ਦੇ ਮੁਤਾਬਕ ਸਾਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਪਤ ਹੋਏ ਹਨ। ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਹਰ ਲਿਵ ਮੰਡਲ ਮੰਡਾ ਹੈ। ਇਹ ਜਿਹੜਾ ਮਨ ਹੈ ਨਾ, ਇਸ ਨੂੰ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਹੜਾ ਹੈ ਮੰਡਾ, ਜੋ ਮੱਟੀ ਸੀ ਜਿਸ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਰੰਗ ਸੀ,
ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਰੂਪੀ ਰੰਗ ਪਾਇਆ ਹੋਇਆ ਸੀ, ਪ੍ਰੇਮ ਰੂਪੀ ਜਲ ਸੀ, ਉਸ ਦੇ ਵਿੱਚ ਮਿਲਾ ਲਿਆ ਹੈ। ਇਸ ਮਨ ਨੂੰ ਰੰਗ ਲੈਣਾ ਕੀਤਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਹਾਂਜੀ। ਕਰ ਡੰਡੌਤ ਪੁੰਨ ਵੱਡਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੈ, ਭਾਈ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਆਂ ਦੇ ਅੱਗੇ ਹੱਥ ਜੋੜੋ। ਇਹ ਕਲਯੁਗ ਦੇ ਵਿੱਚ ਵੱਡਾ ਪੁੰਨ ਹੈ। ਨਹੀਂ ਤੇ ਤਰਕ ਤੇ ਹਰੇਕ ਹੀ ਕਰੀ ਜਾ ਰਿਹਾ ਹੈ, ਪਰ ਜਿਹੜੇ ਪੂਰਨ ਸਤਿਗੁਰੂ ਪੂਰਨ ਪ੍ਰਮਾਤਮਾ ਦੇ ਪਿਆਰਿਆਂ ਦੇ ਅੱਗੇ ਹੱਥ ਜੋੜਨੇ ਨਾ, ਜੀ ਆਇਆ ਉਹਨਾਂ ਨੂੰ ਕਹਿਣਾ ਹੈ, ਆਓ ਜੀ ਕਹਿਣਾ ਹੈ। ਸਤਿਗੁਰੂ ਦਾ ਪਾਵਨ ਪਵਿੱਤਰ ਬਚਨ ਹੈ, ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋ। ਜਮ ਦੀ ਦਰਗਾਹ ਦੇ ਵਿੱਚ ਉਹ ਤਲਬੇ ਨਹੀਂ ਜਾਂਦੇ। ਜੇ ਪ੍ਰਮਾਤਮਾ ਦੇ ਪਿਆਰਿਆਂ ਨੂੰ ਕੋਈ ਆਓ ਜੀ, ਉਹਨਾਂ ਦੀ ਆਓ ਭਗਤ ਕਰੇ ਹੱਥ ਜੋੜ। ਕਲਯੁਗ ਦੇ ਵਿੱਚ ਇਹ ਸਾਰਿਆਂ ਦੇ ਨਾਲੋਂ ਵੱਡਾ ਪੁੰਨ ਹੈ। ਅਗਲਾ ਬਚਨ ਮਹਾਰਾਜ ਸਾਹਿਬ ਜੀ ਨੇ ਕਿਹਾ, ਕਰ ਡੰਡੌਤ ਪੁੰਨ ਵੱਡਾ ਹੈ। ਆਪਣੇ ਇਸ਼ਟ ਗੁਰੂ ਨੂੰ, ਪੂਰਨ ਸਤਿਗੁਰੂ ਨੂੰ ਡੰਡੌਤ ਡੰਡੇਵਤ ਲੰਮੇ ਪੈ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ। ਇਹ ਵੀ ਵੱਡਾ ਪੁੰਨ ਹੈ, ਪਰ ਇਸ ਵੱਡੇ ਪੁੰਨ ਦਾ ਤੈਨੂੰ ਤਾਂ ਪੁੰਨ ਪ੍ਰਾਪਤ ਹੋਵੇਗਾ ਜੇ ਮਨ ਦੇ ਵਿੱਚ ਭਾਵਨਾ ਵੀ ਹੈ। ਜੇ ਕੇਵਲ ਉਵੇਂ ਨਮਸਕਾਰਾਂ ਕਰੀ ਜਾ ਰਿਹਾ ਹੈ, ਫਿਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਕਹਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ, ਸੋ ਤੋ ਨਾ ਡੰਡੌਤ ਅਸਟਾਂਗ ਅਥਤੀਸ ਕਉ। ਕੀ ਹੋਇਆ ਤੇਰਾ ਤੇ ਜੀਵਨ ਮੱਲ ਵਰਗਾ ਹੈ। ਜਿਵੇਂ ਮੱਲ ਡੰਡ ਮਾਰੀ ਜਾ ਰਿਹਾ, ਨੱਕ ਠਾਂ ਲਾਉਂਦਾ ਹੀ ਹੈ ਨਾ। ਪਹਿਲੋਂ ਅਗਲੇ ਪਾਸੇ ਠਾਂ ਹੁੰਦਾ ਹੈ, ਫਿਰ ਆਪਣਾ ਪਿਛਲਾ ਪਾਸਾ ਠਾਂ ਕਰਦਾ ਹੈ। ਇਵੇਂ ਡੰਡ ਮਾਰਦਾ ਹੈ, ਸਰੀਰਕ ਕਸਰਤ ਕਰਦਾ। ਸਤਿਗੁਰੂ ਕਹਿੰਦੇ, ਜੇ ਜੀਵਨ ਦੇ ਵਿੱਚ ਭਾਵਨਾ ਨਹੀਂ ਨਿਭ ਰਿਹਾ ਹੈ ਤੇ ਫਿਰ ਤੇਰਾ ਨਿਵਿਆ ਵੀ ਉਸ ਭਲਵਾਨ ਵਾਂਗੂ। ਇਹ ਸਮਝ ਲੈ ਵੀ ਸਰੀਰਕ ਕਸਰਤ ਹੀ ਕਰ ਰਿਹਾ, ਫਾਇਦਾ ਕੋਈ ਨਹੀਂ। ਇਸ ਵਾਸਤੇ ਜਦੋਂ ਵੀ ਗੁਰੂ ਕੇ ਚਰਨਾਂ ਦੇ ਵਿੱਚ ਆਉਣਾ ਹੈ ਨਾ, ਮਹਾਂਪੁਰਖ ਰੱਬ ਦੇ ਪਿਆਰੇ ਇਹ ਕਹਿੰਦੇ, ਬੜੀ ਭਾਵਨਾ ਦੇ ਨਾਲ ਸਤਿਗੁਰੂ ਦਾ ਸਾਖਸ਼ਾਤ ਸਰੂਪ ਜਾਣ ਕੇ ਗੁਰੂ ਕੇ ਚਰਨਾਂ ਵਿੱਚ ਨਮਸਕਾਰ ਕਰਨੀ। ਫਿਰ ਜਿਵੇਂ ਆਪਾਂ ਸਿੰਘ ਨੂੰ ਮਿਲਦੇ ਆ, ਪ੍ਰੇਮ ਦੇ ਨਾਲ ਫਤਿਹ ਬੁਲਾਉਣੇ ਆ। ਜੇ ਤਾਂ ਇਵੇਂ ਦੀਵਾਨ ਚੱਲ ਰਿਹਾ, ਫਿਰ ਭਾਵਨਾ ਨਾਲ ਨਮਸਕਾਰ ਕਰਕੇ ਮਨ ਹੀ ਮਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਨਾਲ ਫਤਿਹ ਦੀ ਸਾਂਝ ਕਰਨੀ। ਜੇ ਉਵੇਂ ਨਹੀਂ ਤੇ ਸੰਗਤ ਐਵੇਂ ਦੀਵਾਨ ਨਹੀਂ ਚੱਲ ਰਿਹਾ, ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਸਤਿਗੁਰੂ ਸਾਹਿਬ ਜੀ ਨੂੰ ਉੱਚੀ ਆਵਾਜ਼ ਦੇ ਵਿੱਚ ਫਤਿਹ ਸਾਂਝੀ ਕਰਨੀ, ਤਾਂ ਕਿ ਸਾਡਾ ਭਾਵਨਾ ਜੀਵਨ ਦੇ ਵਿੱਚ ਬੱਝੀ ਰਹੇ ਕਿ ਸਤਿਗੁਰ ਜਾਗਤਾ ਹੈ ਦੇ। ਜਿਵੇਂ ਆਪਾਂ ਪ੍ਰਤੱਖ ਸਰੀਰ ਦੇ ਨਾਲ ਮਿਲ ਕਰਕੇ ਫਤਿਹ ਦੀ ਸਾਂਝ ਕਰਦੇ, ਸਾਡਾ ਕਰਮ ਹੈ। ਇਵੇਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਜਾਣ ਕੇ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ ਜਾਣ ਕੇ ਗੁਰੂ ਕੇ ਚਰਨਾਂ ਦੇ ਵਿੱਚ ਨਮਸਕਾਰ ਕਰਨਾ, ਇਹ ਸਿੱਖ ਦਾ ਕਰਮ ਹੋ ਗਿਆ। ਸਤਿਗੁਰੂ ਸਾਹਿਬ ਜੀ ਦੇ ਅੱਗੇ ਫਿਰ ਖਲੋ ਕੇ ਦੋਵੇਂ ਹੱਥ ਜੋੜ ਕੇ ਭਾਵਨਾ ਦੇ ਨਾਲ ਗੁਰੂ ਦੇ ਨਾਲ ਫਤਿਹ ਦੀ ਸਾਂਝ ਕਰਨੀ। ਜੇ ਇਹ ਕਰਮ ਕਰਾਂਗੇ ਨਾ, ਪੁੰਨ ਵੱਡਾ ਹੈ। ਵੱਡੇ ਪੁੰਨ ਦੀ, ਭਾਰੀ ਪੁੰਨ ਦੀ ਭਾਈ ਪ੍ਰਾਪਤੀ ਹੋਵੇਗੀ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਹੜਾ ਸਾਖਤ ਪੁਰਸ਼ ਹੈ, ਸਾਖਤ ਦਾ ਅਰਥ ਹੈ ਸ਼ਕਤੀ, ਮਾਇਆ ਦਾ ਕੇਵਲ ਪੁਜਾਰੀ। ਰੱਬ ਦੀ ਹੋਂਦ ਤੋਂ ਜਿਹੜਾ ਜੀਵਨ ਦੇ ਵਿੱਚ ਮੁਨਕਰ ਹੈ, ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ ਹੈ, ਉਸ ਨੇ ਵਾਹਿਗੁਰੂ ਪ੍ਰਮਾਤਮਾ ਦਾ ਸਵਾਦ ਨਹੀਂ ਜਾਣਿਆ। ਕੀ ਹੈ ਨਾਮ ਰਸ? ਕੀ ਨਾਮ ਰਸ ਦੇ ਵਿੱਚ ਬਰਕਤਾਂ ਹਨ? ਕਿਹੋ ਜਿਹਾ ਹੁੰਦਾ ਹੈ ਨਾਮ ਰਸ? ਇਸ ਗੱਲ ਨੂੰ ਜਾਣਿਆ ਹੀ ਨਹੀਂ। ਕਾਰਨ ਕੀ? ਤਿੰਨ ਅੰਤਰ ਹਉਮੈ ਕੰਡਾ ਹੈ। ਉਹਦੇ ਅੰਦਰ ਹਉਮੈ ਹੰਕਾਰ ਦਾ ਜਿਹੜਾ ਕੰਡਾ ਵੱਜਾ ਹੋਇਆ ਹੈ। ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ, ਜਮ ਕਾਲ ਸਹੇ ਸਿਰ ਡੰਡਾ ਹੈ। ਮਹਾਰਾਜ ਕਹਿੰਦੇ ਜਿਵੇਂ ਜਿਵੇਂ ਉਹ ਚੁਭਦਾ ਹੈ, ਤਿਵੇਂ ਤਿਵੇਂ ਜਿਹੜਾ ਸਾਖਤ ਹੈ ਉਹ ਦੁੱਖ ਪਾਉਂਦਾ ਹੈ। ਤੇ ਇੰਨਾ ਕੁ ਭਾਰੀ ਦੁੱਖ ਅੰਤ ਕਾਲ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਸਾਰਿਆਂ ਦਾ ਕਾਲ, ਸਾਰਿਆਂ ਨੂੰ ਮਾਰਨ ਵਾਲਾ ਜਮ ਹੈ ਨਾ,
ਉਹਦੇ ਹੱਥ ਦੇ ਵਿੱਚ ਜਿਹੜਾ ਡੰਡਾ ਹੈ ਉਹ ਵੀ ਇਸ ਨੂੰ ਸਹਾਰਨੇ ਪੈਂਦੇ ਹਨ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੀ। ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਗਏ। ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਨਾਂ ਨੇ ਅਭੇਦਤਾ ਪ੍ਰਾਪਤ ਕਰ ਲਈ। ਤੇ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਅਭੇਦਤਾ ਪ੍ਰਾਪਤ ਕਰ ਲਈ ਹੈ ਨਾ, ਭਾਵੇਂ ਸੰਸਾਰ ਦੇ ਵਿੱਚ ਜੰਮਣ ਮਰਨ ਦਾ ਜਿਹੜਾ ਦੁੱਖ ਸੀ ਉਹ ਖੰਡਾ ਹੀ ਨਾਸ਼ ਕਰਤਾ। ਜਾਂ ਮਹਾਂਪੁਰਖਾਂ ਨੇ ਇਵੇਂ ਵੀ ਅਰਥ ਕੀਤਾ ਹੈ ਕਿ ਦੁੱਖ ਜਨਮ, ਜਿਹੜਾ ਜਨਮ ਦਾ ਦੁੱਖ ਸੀ, ਜੰਮਣ ਦਾ ਦੁੱਖ, ਤੇ ਮਰਨ ਭਵ ਦਾ ਅਰਥ ਭਉ ਡਰ, ਮੌਤ ਦਾ ਜਿਹੜਾ ਖੌਫ ਸੀ ਉਸ ਨੂੰ ਖੰਡਤਾ, ਉਸ ਨੂੰ ਜੀਵਨ ਚੋਂ ਨਾਸ਼ ਕਰਤਾ ਹੈ ਭਾਈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੀ। ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਾਸ਼ ਹੋਣ ਤੋਂ ਰਹਿਤ ਹੈ ਤੇ ਆਪ ਪੁਰੀਆਂ ਨੂੰ ਖੈ ਕਰਨ ਦੀ ਸਮਰੱਥਾ ਰੱਖਦਾ। ਇਵੇਂ ਕਹਿ ਲਈਏ ਵੀ ਆਪ ਨਾਸ਼ ਹੋਣ ਤੋਂ ਰਹਿਤ ਹੈ, ਸਾਰਿਆਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦਾ। ਉਹ ਵਾਹਿਗੁਰੂ ਪ੍ਰਮਾਤਮਾ ਉਹਨਾਂ ਨੇ ਪ੍ਰਾਪਤ ਕਰ ਲਿਆ ਤੇ ਉਸ ਦੇ ਕਾਰਨ ਬਹੁ ਸੋਭ ਖੰਡ ਬ੍ਰਹਮੰਡਾ, ਬਹੁਤੀ ਜ਼ਿਆਦੀ ਸੋਭਾ ਹੋਈ ਹੈ, ਕਿਉਂਕਿ ਉਹਨਾਂ ਪਰਮ ਈਸ਼ਵਰ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਾਪਤ 9 ਖੰਡਾਂ ਦੇ ਵਿੱਚ ਬ੍ਰਹਮੰਡ 400 ਕੋਹ ਦਾ ਜਿਹੜਾ ਹੁੰਦਾ ਹੈ, ਉਸ ਦੇ ਵਿੱਚ ਸਾਰੀਆਂ ਜਗ੍ਹਾ ਦੇ ਉੱਪਰ ਵਾਹਿਗੁਰੂ ਪ੍ਰਮਾਤਮਾ ਦੇ ਜਿਹੜੇ ਪਿਆਰੇ ਹਨ ਉਹਨਾਂ ਦੀ ਇਸ ਸੰਸਾਰ ਦੇ ਵਿੱਚ ਸ਼ੋਭਾ ਹੋਈ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾ, 4 ਯੁੱਗਾਂ ਦੇ ਵਿੱਚ ਸ਼ੋਭਾ ਹੋਈ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਐਵੇਂ ਬੇਨਤੀ ਕਰੋ, ਹੇ ਅਕਾਲ ਪੁਰਖ ਪ੍ਰਮਾਤਮਾ ਅਸੀਂ ਗਰੀਬ ਹਾਂ, ਕੋਈ ਵੀ ਸੰਸਾਰ ਦੇ ਵਿੱਚ ਕਰਮ ਸਾਧੇ, ਜਪ ਤਪ ਸੰਜਮ ਕਰਮ ਨਾ ਸਾਧਾ, ਨਾਮ ਪ੍ਰਭੂ ਕਾ ਮਨ ਹੀ ਨਾ ਅਰਾਧਾ। ਮਹਾਰਾਜ ਨਾ ਜਾਪ ਨਾ ਤਾਪ ਨਾ ਕੋਈ ਸ਼ੁਭ ਕਰਮ ਜੀਵਨ ਦੇ ਵਿੱਚ ਸਾਧਿਆ ਨਹੀਂ, ਤੇਰਾ ਨਾਮ ਵੀ ਅਰਾਧਿਆ ਨਹੀਂ। ਮਸਕੀਨ ਕੰਗਾਲ ਹਾਂ, ਸ਼ੁਭ ਗੁਣ ਜੀਵਨ ਦੇ ਵਿੱਚ ਕੋਈ ਨਹੀਂ। ਹਰ ਰਾਖ ਰਾਖ, हे ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਰਾਖ ਰੱਖਣ ਆਰੇ ਹੋ ਕਰਕੇ ਸਾਨੂੰ ਰੱਖ ਲਓ, ਕਿਉਂਕਿ ਤੁਸੀਂ ਸਮਰੱਥ ਹੋ, ਤੁਸੀਂ ਪੂਰਨ ਹੋ, ਸੰਸਾਰ ਦੇ ਵਿੱਚ ਸਾਰਿਆਂ ਦੇ ਨਾਲੋਂ ਵੱਡਿਆਂ ਦੇ ਨਾਲੋਂ ਵੀ ਵੱਡੇ ਹੋ। ਸਾਰਿਆਂ ਦੀ ਆਪ ਇਸ ਸੰਸਾਰ ਦੇ ਵਿੱਚ ਸਹਾਇਤਾ ਕਰਦੇ ਹੋ। ਫਿਰ ਸੰਸਾਰ ਦੇ ਨਾਲੋਂ ਵੱਡੇ ਦੇਵਤੇ, ਉਹਨਾਂ ਦੇ ਨਾਲੋਂ ਵੀ ਆਪ ਇਸ ਸੰਸਾਰ ਦੇ ਵਿੱਚ ਵੱਡੇ ਹੋ, ਕਿਰਪਾ ਕਰਕੇ ਸਾਡੀ ਰੱਖ ਲਓ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। हे ਸਤਿਗੁਰੂ ਕਿਰਪਾ ਕਰੋ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਾਨੂੰ ਕੇਵਲ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਆਧਾਰ ਆਸਰਾ ਹੈ, ਉਸ ਦੀ ਹੀ ਕੇਵਲ ਜੀਵਨ ਦੇ ਵਿੱਚ ਓਟ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਇਹ ਜਿਹੜਾ ਮਨ ਹੈ ਨਾ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜ ਜਾਵੇ, ਉਸ ਦੇ ਵਿੱਚ ਹੀ ਜਿਹੜਾ ਸਾਨੂੰ ਸੁਖ ਮੰਡਾ ਉਹ ਪ੍ਰਾਪਤ ਹੋਣਾ ਕਰੇ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਐਵੇਂ ਬੇਨਤੀ ਕਰੋ, हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੇਰੀ ਕਿਰਪਾ ਤੇਰੀ ਦਇਆ ਸਦਕਾ ਸਾਡੇ ਜੀਵਨ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਤੇਰੇ ਨਾਮ ਦਾ ਹੀ ਆਸਰਾ ਤੇ ਤੇਰੇ ਨਾਮ ਦੇ ਆਸਰੇ ਸਾਡੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੋ ਜਾਵੇ, ਤਾਂ ਕਿ ਜੀਵਨ ਦੇ ਵਿੱਚੋਂ ਹੋਰ ਜਿਹੜੀ ਭਟਕਣਾ ਹੈ ਉਹ ਖਤਮ ਹੋ ਸਕੇ। ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਬਾਣੀ ਦਾ ਉਪਦੇਸ਼ ਸਾਡੇ ਸਾਰੇ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਵਸੇ, ਗੁਰੂ ਮਤ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ ਜੀ। ਭੁੱਲਾਂ ਮੇਰੀਆਂ ਸਤਿਗੁਰੂ ਦਾ ਬਚਨ ਜਾਣ ਹਿਰਦੇ ਵਿੱਚ ਵਿਛਾਉਣਾ। ਇੱਥੇ ਹੀ ਕਥਾ ਨੂੰ ਵਿਸ਼ਰਾਮ ਹੈ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਮ ਗਰੀਬ ਮਸਕੀਨ ਪ੍ਰਭ ਤੇਰੇ,
ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।